अस्सलाम वालेकुम नाज़रीन, ਤੁਸੀਂ ਵੇਖ ਰਹੇ ਹੋ ਹਸਤਾ ਵਰਤਾ ਪੰਜਾਬ ਇੰਟਰਨੈਸ਼ਨਲ। ਤੇ ਅੱਜ ਸਾਡੇ ਮਹਿਮਾਨ ਨੇ ਪਾਕਿਸਤਾਨ ਸਿਆਲਕੋਟ ਤੋਂ ਤੇ ਸੈयद ਫੂਲ ਪੀਰ ਸ਼ਾਹ ਸਾਹਿਬ ਗਿਲਾਨੀ। ਤੇ ਇਹਨਾਂ ਦਾ ਤਲਕ ਹੈ ਪੰਜਾਬੀ ਕੌਮੀ ਮੁਹਾਜ਼ ਜਿਹੜੀ ਇੱਕ ਤਨਜ਼ੀਮ ਹੈ ਉਹਨਾਂ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ। ਤੇ ਇਹਨਾਂ ਨਾਲ ਕੋਈ ਸਵਾਲ ਜਵਾਬ ਕਰਦੇ ਆ ਕਿ ਇਸ ਤਹਿਰੀਰ ਦਾ ਕੀ ਮਕਸਦ ਹੈ ਜਾਂ ਕੀ ਸੂਰਤ ਹਾਲ ਹੈ। ਤੇ ਪਹਿਲੇ ਤੇ ਉਹਨਾਂ ਨਾਲ ਰਾਬਤਾ ਕਰੀਏ। ਤੇ ਇਸ ਤੋਂ ਪਹਿਲੇ ਸਾਡਾ ਅਗਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲਓ ਤੇ ਸ਼ੇਅਰ ਵੀ ਕਰ ਲੈਣਾ। ਤੇ ਅਸੀਂ ਹੁਣ ਰਾਬਤਾ ਕਰਨੇ ਸ਼ਾਹ ਸਾਹਿਬ ਨਾਲ। अस्सलाम वालेकुम रहमतुल्लाह वबरकातुहू। शाह साहब, वालेकुम अस्सलाम। शाह साहब, ਇਹ ਜਿਹੜੀ ਮਾਸ਼ਾਅੱਲਾ ਤੁਹਾਡੀ ਤਹਿਰੀਕ ਹੈ ਬਹੁਤ ਅੱਛੀ ਹੈ। ਸਾਡਾ ਚੈਨਲ ਵੀ ਇਹ ਪੰਜਾਬੀ ਚੈਨਲ ਹੈ। ਤੇ ਇਹਦੇ ਬਾਰੇ ਕੋਈ ਦੱਸੋਗੇ ਇਸ ਤਹਿਰੀਕ ਦਾ ਮਕਸਦ ਕੀ ਹੈਗਾ? ਦੇਖੋ, ਬੁਨਿਆਦੀ ਤੌਰ ਤੇ ਸਾਡਾ ਮਕਸਦ ਤੇ ਹੈ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵਿੱਚ ਪੰਜਾਬੀ ਜ਼ੁਬਾਨ ਦੇ ਮੁਤਲਕ ਸ਼ਊਰ ਉਜਾਗਰ ਕਰਨਾ ਕਿ ਸਾਡੀ ਜਿਹੜੀ ਮਾਂ ਬੋਲੀ ਹੈ ਇਹਨੂੰ ਪੰਜਾਬ ਦੇ ਵਿੱਚ ਜ਼ਰੀਆ ਤਾਲੀਮ ਬਣਾਇਆ ਜਾਏ, ਕਿਉਂਕਿ ਹਰ ਇਨਸਾਨ ਦਾ ਇਹ ਮੁੱਢਲਾ ਹੱਕ ਹੈ ਕਿ ਉਹਨੂੰ ਉਹਦੀ ਮਾਂ ਬੋਲੀ ਦੇ ਵਿੱਚ ਤਾਲੀਮ ਦਿੱਤੀ ਜਾਏ। ਔਰ ਜਿੰਨਾ ਵੀ ਕੌਮਾਂ ਦੁਨੀਆ ਦੇ ਵਿੱਚ ਤਰੱਕੀ ਕੀਤੀ ਹੈ ਉਹਨਾਂ ਮਾਂ ਬੋਲੀ ਦੇ ਵਿੱਚ ਤਾਲੀਮ ਦੀ ਰਾਹੀਂ ਤਰੱਕੀ ਕੀਤੀ ਹੈ ਤੇ ਉਹ ਮਾਮੇ ਅਰੂਜ ਤੇ ਪਹੁੰਚੀਆਂ ਨੇ। ਸਾਡੇ ਨਾਲ ਜ਼ਿਆਦਤੀ ਇਹ ਵੇ ਕਿ 12 ਕਰੋੜ ਪੰਜਾਬੀਆਂ ਨੂੰ ਰਿਆਸਤੀ ਜਬਰ ਹੇਠ ਜਿਹੜਾ ਗੂੰਗਾ ਰੱਖਿਆ ਗਿਆ ਹੈ। ਸਾਡੇ ਇੱਥੇ ਬਾਕੀ ਤਿੰਨਾਂ ਸੂਬਿਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਉਹਨਾਂ ਦੀਆਂ ਮਾਦਰੀ ਜ਼ੁਬਾਨਾਂ ਰਾਈਜ ਨੇ, ਜ਼ਰੀਆ ਤਾਲੀਮ ਨੇ, ਔਰ ਪੰਜਾਬੀਆਂ ਨਾਲ ਮੁਸਲਸਲ ਜਬਰ ਔਰ ਜ਼ਿਆਦਤੀ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਜ਼ਰੀਆ ਤਾਲੀਮ ਨਹੀਂ ਬਣਾਇਆ ਜਾ ਰਿਹਾ। ਔਰ ਦੂਸਰਾ ਜਿਹੜਾ ਪੰਜਾਬ ਨੂੰ ਮਜ਼ੀਦ ਤਕਸੀਮ ਦੀਆਂ ਇੱਥੇ ਸਾਜ਼ਿਸ਼ਾਂ ਹੋ ਰਹੀਆਂ ਨੇ, ਉਹਦੀ ਬੁਨਿਆਦੀ ਵਜ੍ਹਾ ਇਹ ਵੇ ਕਿ 75 ਸਾਲ ਤੋਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਤੇ ਇਸਲਾਮ ਦਾ ਪੰਜਾਬੀਆਂ ਵਿੱਚ ਇੰਨਾ ਕੁ ਚੂਰਨ ਵੇਚਿਆ ਗਿਆ ਔਰ ਸਾਨੂੰ ਝੂਠੀ ਤਾਰੀਖ ਪੜ੍ਹਾ ਕੇ ਸਾਡੀ ਮਾਂ ਬੋਲੀ ਤੋਂ ਦੂਰ ਕੀਤਾ ਗਿਆ, ਜਿਹਦੀ ਵਜ੍ਹਾ ਤੋਂ ਇਹ ਸਾਰੇ ਮਸਾਇਲ ਨੇ। ਤੇ ਅਦਬੀ ਤੌਰ ਤੇ ਬਹੁਤ ਸਾਰਾ ਕੰਮ ਇਸ ਤੋਂ ਪਹਿਲੇ ਵੀ ਹੋਇਆ ਹੈ, ਲੇਕਿਨ ਸਿਆਸੀ ਤਹਿਰੀਕ ਤੋਂ ਬਗੈਰ ਆਮ ਆਦਮੀ ਤੱਕ ਜਿਹੜਾ ਪੈਗਾਮ ਨਹੀਂ ਪਹੁੰਚਦਾ। ਤੇ ਸਾਡੀ ਜਦੋਜਹਿਦ ਦਾ ਬੁਨਿਆਦੀ ਮਕਸਦ ਇਹ ਕਿ ਆਮ ਪੰਜਾਬੀ ਤੱਕ ਇਹ ਸ਼ਊਰ ਉਜਾਗਰ ਕੀਤਾ ਜਾਏ ਕਿ ਜਿਹੜੀ ਸਾਡੀ ਮਾਂ ਬੋਲੀ ਹੈ ਇੱਕ ਸਾਡਾ ਬੜਾ ਕਦੀਮ ਵਿਰਸਾ ਹੈ। 6000 ਸਾਲਾ ਪੰਜਾਬੀਆਂ ਦੀ ਤਾਰੀਖ ਹੈ ਔਰ 6000 ਸਾਲ ਪੁਰਾਣੀ ਪੰਜਾਬੀ ਜ਼ੁਬਾਨ ਹੈ ਇਹ ਕੋਈ, ਔਰ ਬੜਾ ਕੀਮਤੀ ਵਿਰਸਾ ਸਾਡੇ ਕੋਲ ਪੰਜਾਬੀ ਦੇ ਵਿੱਚ ਮੌਜੂਦ ਹੈ ਸੂਫੀਅਤ ਦੇ ਕਲਾਮ ਦੀ ਸ਼ਕਲ ਦੇ ਵਿੱਚ। ਔਰ 6000 ਸਾਲ ਪਹਿਲੇ ਵੀ ਜਿਹੜੇ ਹੜੱਪਾ ਔਰ ਟੈਕਸਲਾ ਦੀਆਂ ਤਹਿਜ਼ੀਬਾਂ ਨੇ ਉਸ ਦੌਰ ਦੇ ਮੋਸਟ ਸਿਵਲਾਈਜ਼ ਮੁਆਸ਼ਰੇ ਸਨ, ਜਿੱਥੋਂ ਤੱਕ ਕਿ ਅੱਜ ਵੀ ਦੁਨੀਆ ਜਿਹੜੀ ਹੈ ਨਹੀਂ ਪਹੁੰਚੀ। ਲੇਕਿਨ ਸਾਨੂੰ ਸਿਰਫ ਪ੍ਰੋਪੇਗੈਂਡਾ ਕੀਤਾ ਗਿਆ ਔਰ ਇੱਕ ਸਾਜ਼ਿਸ਼ ਦੇ ਤਹਿਤ ਇੱਥੇ ਉਰਦੂ ਮੜੀ ਗਈ ਔਰ ਪੰਜਾਬੀਆਂ ਦੇ ਜ਼ਿਹਨਾਂ 'ਚ ਬਾਵਰ ਕਰਾਇਆ ਗਿਆ ਕਿ ਖੁਦਾ ਨਾ ਖਾਸਤਾ ਪੰਜਾਬੀ ਜਿਹੜੀ ਉਹ ਜਾਹਿਲਾਂ ਦੀ ਜ਼ੁਬਾਨ ਹੈ, ਗੈਰ ਤਹਿਜ਼ੀਬ ਯਾਫਤਾ ਲੋਕਾਂ ਦੀ ਜ਼ੁਬਾਨ ਹੈ। ਔਰ ਖਾਸ ਤੌਰ ਤੇ ਇਹਦੇ ਵਿੱਚ ਮਜ਼ਹਬੀ ਅੰਸਰ ਨੂੰ ਸ਼ਾਮਿਲ ਕੀਤਾ ਗਿਆ ਕਿ ਖੁਦਾ ਨਾ ਖਾਸਤਾ ਪੰਜਾਬੀ ਜਿਹੜੀ ਹੈ ਇਹ ਸਿੱਖਾਂ ਦੀ ਜ਼ੁਬਾਨ ਹੈ। ਹਾਲਾਂਕਿ ਸਿੱਖਾਂ ਦੀ ਬਾਬਾ ਗੁਰੂ ਨਾਨਕ 550 ਸਾਲ ਪਹਿਲੇ ਪੰਜਾਬੀ ਦੇ ਵਿੱਚ ਉਹਨਾਂ ਦਾ ਕਲਾਮ ਹੈ ਔਰ ਉਸ ਤੋਂ 1000 ਸਾਲ ਪਿੱਛੇ 900 ਸਾਲ ਪਿੱਛੇ ਦੀਗਰ ਪੰਜਾਬੀ ਸੂਫੀਆ ਦਾ ਪੰਜਾਬੀ ਜ਼ੁਬਾਨ 'ਚ ਮਜ਼ਹਬੀ ਕਲਾਮ ਮੌਜੂਦ ਹੈ। जबकि असल फार्मूला ही गलत है। जुबान का ताल्लुक कभी भी किसी मजहब नाल नहीं होता। किसी भी मजहब के मनण वाले मुख्तलिफ जुबाना बोलने वाले हो सकते हैं, लेकिन सानू चूंकि रियासती मशीनरी के प्रोपोगंडे हेठ सानू गुमराह किया गया और साडे ज़हनां 'च बावर करा दिता गया कि खुदा ना खास्ता जिहड़ा है सिखां दी जुबान है और ऐसे प्रोपोगंडे के जरिए पंजाबियों नू पंजाबी जुबान तो दूर किया गया और साडी तरक्की दीयां राहां रोक दित्तियां गईयां। ਸਹੀ। ਤੇ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਇਆ ਜਾਏ ਔਰ ਇਸ ਪਬਲਿਕ 'ਚ ਆਮ ਲੋਕਾਈ ਦੇ ਵਿੱਚ ਉਹਦਾ ਸ਼ਊਰ ਉਜਾਗਰ ਕਰਨ ਦੀ ਜਦੋਜਹਿਦ ਕਰ ਰਹੇ ਹਾਂ ਔਰ ਪੰਜਾਬ ਨੂੰ ਇੱਕ ਮੁੱਠ ਰੱਖਣ ਲਈ ਜਦੋਜਹਿਦ ਕਰ ਰਹੇ ਹਾਂ। ਕਿਸੇ ਵੀ ਕੀਮਤ ਤੇ ਅਸੀਂ ਪੰਜਾਬ ਦੀ ਵੰਡ ਨਹੀਂ ਹੋਣ ਦਾਂਗੇ ਔਰ ਉਹਦੇ ਲਈ ਆਮ ਲੋਕਾਂ ਨੂੰ ਤਿਆਰ ਕਰ ਰਹੇ ਹਾਂ, ਸਫਾਰਾ ਕਰ ਰਹੇ ਹਾਂ ਕਿ ਕਤਨ ਕੋਈ ਵੀ ਸਾਜ਼ਿਸ਼ ਪੰਜਾਬ ਦੀ ਤਕਸੀਮ ਦੀ ਕਾਮਯਾਬ ਨਹੀਂ ਹੋਣ ਦਿੱਤੀ ਜਾਏਗੀ। ਹੋ ਸਕੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਇਆ ਜਾਏ, ਕਿਉਂਕਿ ਤਰੱਕੀ ਦਾ ਰਾਜ਼ ਜਿਹੜਾ ਹੈ ਇਹਦੇ ਵਿੱਚ। ਹੋਰ ਸ਼ਾਹ ਸਾਹਿਬ ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਬਾਰੇ ਦੇ ਵਿੱਚ ਜਿਹੜੇ ਨੇ? ਦੇਖੋ, ਬੁਨਿਆਦੀ ਤੌਰ ਤੇ ਮਸਲਾ ਇਹ ਵੇ ਕਿ ਜਿਹੜੀ 47 ਦੀ ਪਾਰਟੀਸ਼ਨ ਹੈ ਨਾ ਔਰ ਪਾਕਿਸਤਾਨ ਦੀ ਕੀਮਤ ਜਿਹੜੀ ਹੈ ਉਹ ਪੰਜਾਬੀਆਂ ਨੇ ਅਦਾ ਕੀਤੀ। ਉਧਰ ਵੀ ਪਾਰਟੀਸ਼ਨ ਦਾ ਮੁੱਲ ਪੰਜਾਬੀਆਂ ਨੇ ਅਦਾ ਕੀਤਾ ਤੇ ਸਾਡੇ ਪਾਸੇ ਵੀ।
ਪਾਰਟੀਸ਼ਨ ਦੇ ਵੇਲੇ 47 ਦੇ ਵਿੱਚ 20 ਲੱਖ ਪੰਜਾਬੀ ਜਿਹੜਾ ਉਹ ਸ਼ਹੀਦ ਹੋਇਆ, ਚਾਹੇ ਉਹ ਸਿੱਖ ਸੀ, ਚਾਹੇ ਉਹ ਹਿੰਦੂ ਸੀ, ਚਾਹੇ ਮੁਸਲਮਾਨ ਸੀ। ਖੂਨ ਬਹਰਹਾਲ ਪੰਜਾਬੀਆਂ ਦਾ ਹੀ ਹੋ ਗਿਆ 47 ਦੇ ਵਿੱਚ। ਪਾਰਟੀਸ਼ਨ ਦੀ ਟੋਟਲ ਕੀਮਤ ਅਸਾਂ ਅਦਾ ਕੀਤੀ। 2 ਕਰੋੜ ਬੰਦੇ ਨੇ ਹਿਜਰਤ ਕੀਤੀ, ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਹਿਜਰਤ ਸੀ। ਔਰ ਇਸੇ ਤਰ੍ਹਾਂ ਹਜ਼ਾਰਾਂ ਧੀਆਂ ਦੀਆਂ ਜਿਹੜੀਆਂ ਨੇ ਇੱਜ਼ਤਾਂ ਲੁੱਟੀਆਂ ਗਈਆਂ, ਉਹ ਵੀ ਮੁੱਲ ਪੰਜਾਬੀਆਂ ਨੇ ਤਾਰਿਆ। ਤੇ ਹੁਣ ਕਮ ਸੇ ਕਮ ਜਿਹੜਾ ਨਵੇਂ ਸਿਰੇ ਤੋਂ ਪੰਜਾਬੀ ਨਾ ਕਿਸੇ ਹਿਜਰਤ ਲਈ ਤਿਆਰ ਨੇ, ਨਾ ਕਿਸੇ ਵੀ ਵਜੂਦ ਦੀ ਬਕਾ ਲਈ ਪੰਜਾਬੀ ਦੇ ਖੂਨ ਦਾ ਇੱਕ ਕਤਰਾ ਅਸੀਂ ਡਿੱਗਣ ਦਾਂਗੇ। ਇਨਸ਼ਾਅੱਲਾ ਤਾਲਾ ਜਿਹੜਾ ਮੌਜੂਦਾ ਪੰਜਾਬ ਹੈ, ਇਹਦੀ ਮੁਕੰਮਲ ਇਹਦੀ ਸਾਲਮੀਅਤ ਦੀ ਅਸੀਂ ਸਫਾ ਰਹਾਂਗਾ। ਇਹਦੀ ਤਕਸੀਮ ਕਿਸੇ ਸੂਰਤ ਤੇ ਕਬੂਲ ਨਹੀਂ ਕੀਤੀ ਜਾਏਗੀ। ਔਰ ਉਧਰ ਵਾਲੇ ਸਿੱਖ ਭਰਾ ਬਹਰਹਾਲ ਸਾਡੇ ਨਾਲੋਂ ਬਹੁਤ ਅੱਗੇ ਨੇ ਔਰ ਮੁਬਾਰਕਬਾਦ ਦੇ ਹੱਕਦਾਰ ਨੇ ਕਿ ਉਹਨਾਂ ਨੇ ਕਮ ਸੇ ਕਮ ਆਪਣੀ ਜ਼ੁਬਾਨ ਦੇ ਨਾਲ ਜਿਹੜਾ ਉਹ ਆਪਣੀ ਸਾਂਝ ਰੱਖੀ ਹੈ ਔਰ ਹਰ ਨੋਇਤ ਦੀ ਕੁਰਬਾਨੀ ਦੇ ਕੇ ਆਪਣੀ ਜ਼ੁਬਾਨ ਨੂੰ ਕਾਇਮ ਰੱਖਿਆ ਹੈ। ਔਰ ਉੱਥੇ ਜ਼ਰੀਆ ਤਾਲੀਮ ਹੈ ਪੰਜਾਬੀ, ਔਰ ਬੜੇ ਮਾਣ ਦੀ ਗੱਲ ਹੈ। ਤੇ ਇਧਰਲੇ ਪੰਜਾਬੀ ਜਿਹੜੇ ਬਹਰਹਾਲ ਉਹ ਮਜ਼ਹਬੀ ਪ੍ਰੋਪਗੰਡੇ ਦੇ ਸ਼ਿਕਾਰ ਹੋ ਗਏ, ਪਾਕਿਸਤਾਨੀ ਪੰਜਾਬੀ, ਔਰ ਆਪਣੀ ਜ਼ੁਬਾਨ ਤੋਂ ਵਾਂਝੇ ਗਏ। ਅੱਜ ਅਸੀਂ ਜਾਨ ਦੇ ਉੱਤੇ ਗੁੰਗੇ ਹੋਏ ਫਿਰਦੇ ਹਾਂ। ਲੇਕਿਨ ਸਿੱਖ ਭਰਾ ਸਲਾਮਯੋਗ ਨੇ ਕਿ ਉਹਨਾਂ ਆਪਣੀ ਮਾਂ ਬੋਲੀ ਦਾ ਮੁਕੰਮਲ ਆਦਰ ਕੀਤਾ ਔਰ ਮਾਂ ਬੋਲੀ ਦੀ ਮੁਕੰਮਲ ਰਾਖੀ ਕੀਤੀ ਹੈ। ਔਰ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਕਮ ਸੇ ਕਮ ਸਾਡੇ ਮੁਸਲਮਾਨ ਬੱਚਿਆਂ ਵਾਂਗਰ ਗੁੰਗੇ ਨੇ। ਸਹੀ। ਤੁਹਾਡਾ ਪੈਗਾਮ ਹੁਣ ਅਦਾਰਿਆਂ ਨੂੰ ਇਹੀ ਹੈ ਤੇ ਉਹ ਹਕੂਮਤ ਦੇ ਵਕਤ ਨੂੰ ਵੀ ਕਿ ਜਿੱਥੇ ਦੂਜੇ ਕੋਰਸਿਸ ਕੀਤੇ ਜਾਂਦੇ ਨੇ, ਸਕੂਲਾਂ ਦੇ ਵਿੱਚ ਦਿੱਤੇ ਜਾਂਦੇ ਨੇ, ਮੁਖਤਲਿਫ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਨੇ, ਪੰਜਾਬੀ ਦਾ ਵੀ ਸਿਲੇਬਸ ਹੋਣਾ ਚਾਹੀਦਾ ਹੈ ਤਾਂ ਕਰਕੇ ਆਉਣ ਵਾਲੀਆਂ ਸਾਡੀਆਂ ਨਸਲਾਂ ਨੂੰ ਪਤਾ ਚੱਲੇ ਕਿ ਪੰਜਾਬੀ ਜ਼ਬਾਨ ਕੀ ਹੈ। ਅਸੀਂ ਉਰਦੂ ਵੱਲ ਤੇ ਸਾਡਾ ਰੁਝਾਨ ਹੁੰਦਾ, ਉਹ ਤਾਂ ਠੀਕ ਕੌਮੀ ਜ਼ਬਾਨ ਹੈ, ਮਗਰ ਸਾਨੂੰ ਆਪਣੇ ਇਲਾਕੇ ਦੀ ਜ਼ਬਾਨ ਦੇ ਉੱਤੇ ਵੀ ਅਬੂਰ ਹੋਣਾ ਚਾਹੀਦਾ ਹੈ। ਇਹੀ ਤੁਹਾਡਾ ਮਕਸਦ ਹੈ? ਬਿਲਕੁਲ ਜੀ, ਬਿਲਕੁਲ ਜੀ, ਬੁਨਿਆਦੀ ਗੱਲ ਹੈ। ਦੇਖੋ, ਜਿਹੜੀ ਗੱਲ ਦੀ 71 ਦੀ ਦਹਾਈ ਦੇ ਵਿੱਚ ਬੰਗਾਲੀਆਂ ਨੂੰ ਸਮਝ ਆ ਗਈ ਸੀ, ਉਹ ਗੱਲ ਸਮਝਣ ਚ ਪੰਜਾਬੀਆਂ ਨੇ 2020 ਲੈ ਆਂਦਾ। ਲੇਕਿਨ ਹੁਣ ਇਹ ਵੀ ਕਿ ਪੰਜਾਬੀਆਂ ਨੂੰ ਇਹ ਗੱਲ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਇਹ ਸਾਡਾ ਮੁੱਢਲਾ ਹੱਕ ਹੈ, ਮਾਂ ਬੋਲੀ ਦੇ ਵਿੱਚ ਪੜ੍ਹਨਾ ਲਿਖਣਾ। ਅੱਜ ਹੁਣ ਸੂਰਤ ਹਾਲ ਇਹ ਕਿ ਪੰਜਾਬੀ ਬੋਲਣ ਵਾਲਾ 12 ਕਰੋੜ ਪੰਜਾਬੀ ਮੌਜੂਦ ਹੈ, ਲੇਕਿਨ ਇਹਨਾਂ ਦੇ ਵਿੱਚ ਪੰਜਾਬੀ ਲਿਖ ਕਿੰਨੇ ਸਕਦੇ ਨੇ, ਪੰਜਾਬੀ ਪੜ੍ਹ ਕਿੰਨੇ ਸਕਦੇ ਨੇ, ਇਹੀ ਸਾਡਾ ਅਲਮੀਆ ਹੈ। ਤੇ ਸਾਡੀ ਜਦੋਜਹਿਦ ਔਰ ਕੋਸ਼ਿਸ਼ ਹੈ ਕਿ ਸਾਰਾ ਪੰਜਾਬ ਜਿਹੜਾ ਉਹ ਪੰਜਾਬੀ ਪੜ੍ਹ ਸਕੇ, ਪੰਜਾਬੀ ਲਿਖ ਸਕੇ, ਪੰਜਾਬੀ ਬੋਲ ਸਕੇ ਔਰ ਆਪਣੇ ਪੰਜਾਬੀ ਹੋਣ ਤੇ ਹਰ ਬੰਦਾ ਫਖਰ ਕਰੇ। ਸਹੀ। ਤੁਸੀਂ ਬਹੁਤ ਅੱਛਾ ਮੈਸੇਜ ਦਿੱਤਾ ਹੈ। ਮਾਸ਼ਾਅੱਲਾ 12 ਕਰੋੜ ਸਾਡੀ ਆਵਾਮ ਹੈ ਤੇ ਸਾਡੇ ਅਦਾਰਿਆਂ ਨੂੰ ਚਾਹੀਦਾ ਕਿ ਪੰਜਾਬੀ ਕਮ ਸੇ ਕਮ ਸਕੂਲਾਂ 'ਚ ਪੜ੍ਹਾਈ ਜਾਏ, ਉਹਨਾਂ ਨੂੰ ਸਮਝਿਆ ਜਾਏ, ਬੱਚੇ ਸਮਝਣ, ਬੱਚੇ ਉਹ ਆਇੰਦਾ ਆਉਣ ਵਾਲੀਆਂ ਨਸਲਾਂ ਵੀ ਸਾਡੀ ਪੰਜਾਬੀ ਬੋਲ ਵੀ ਸਕਣ, ਲਿਖ ਵੀ ਸਕਣ, ਪੜ੍ਹ ਵੀ ਸਕਣ। ਇਹ ਨਾ ਹੋਏ ਕਿਤੇ ਐਸਾ ਐਸਾ ਸਾਡੀ ਪੰਜਾਬੀ ਜ਼ਬਾਨ ਵੈਸੇ ਹੀ ਖਤਮ ਹੋ ਜੇ। ਅੱਜ ਤੇ ਬੋਲਦੇ ਨੇ, ਲਿਖ ਪੜ੍ਹ ਨਹੀਂ ਸਕਦੇ। ਜੈਸਾ ਸਾਨੂੰ ਆਪ ਵੀ ਨਹੀਂ ਲਿਖਣੀ ਆਉਂਦੀ, ਮੈਨੂੰ ਨਹੀਂ ਲਿਖਣੀ ਆਉਂਦੀ ਨਾ ਪੜ੍ਹਨੀ। ਬਿਲਕੁਲ ਇਹ ਅਲਮੀਆ ਬੜਾ ਵੱਡਾ ਜਬਰ ਹੈ ਸਾਡਾ। ਹਾਂ, ਚਲੋ ਸ਼ੁਕਰੀਆ ਸ਼ਾਹ ਸਾਹਿਬ, ਬਹੁਤ ਸ਼ੁਕਰੀਆ, ਜਜ਼ਾਕੱਲਾ। ਤੇ ਅੱਲਾਹ ਤਾਲਾ ਤੁਹਾਡੇ ਅਦਾਰੇ ਨੂੰ ਜ਼ਿਆਦਾ ਤੋਂ ਜ਼ਿਆਦਾ ਦਿਨ ਦੁਗਣੀ ਰਾਤ ਚੁਗਣੀ ਇਸ ਫੀਲਡ ਦੇ ਵਿੱਚ ਤਰੱਕੀ ਦੇਵੇ ਤੇ ਮਿਹਨਤ ਕਰਨ ਦੀ ਤੌਫੀਕ ਦੇਵੇ। ਤੇ ਅੱਲਾਹ ਤਾਲਾ ਕਰੇ ਘੁੰਮਦੇ ਵਕਤ ਵੀ ਇਸ ਚੀਜ਼ ਨੂੰ ਸਮਝੇ। ਤੇ ਹਾਂ, ਤੇ ਬਹੁਤ ਸ਼ੁਕਰੀਆ, ਜਜ਼ਾਕੱਲਾ। ਦੋਸਤੋ, ਜਿਹੜੇ ਤੇ ਮੇਰਾ ਪੰਜਾਬੀ ਦਾ ਪ੍ਰੋਗਰਾਮ ਸਾਡਾ ਦੇਖ ਰਹੇ ਨੇ, ਮਾਸ਼ਾਅੱਲਾ ਸ਼ਾਹ ਸਾਹਿਬ ਜਿਹੜੇ ਬੜੇ ਬਿਜ਼ੀ ਇਨਸਾਨ ਨੇ, ਅੱਜ ਉਹਨਾਂ ਨੇ ਆਪਣਾ ਕੀਮਤੀ ਵਕਤ ਕੱਢਿਆ ਤੇ ਇਸ ਵੀਡੀਓ ਨੂੰ ਅਗਰ ਹੋ ਸਕੇ ਤੁਸੀਂ ਖੁਦ ਵੀ ਦੇਖੋ, ਦੋਸਤਾਂ ਨੂੰ ਸ਼ੇਅਰ ਕਰੋ। ਤੇ ਇਸ ਮੈਨੂੰ ਜਦੋਂ ਵੀਡੀਓ ਤੁਹਾਡੇ ਕੋਲ ਪਹੁੰਚੇਗੀ ਕਮੈਂਟਸ ਵਗੈਰਾ ਵਿੱਚ ਦੱਸੋ ਕਿ ਤੁਹਾਡੀ ਕੀ ਰਾਏ ਵੇ। ਤੇ ਹੋ ਸਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਨਸ਼ਾਅੱਲਾ ਤਾਲਾ ਅਸੀਂ ਪੰਜਾਬੀ ਦੇ ਵੀ ਪ੍ਰੋਗਰਾਮ ਲੈ ਕੇ ਆਏਦੇ ਹੈ, ਸਿਹਤ ਦੇ ਬਾਰੇ ਜੀ ਹੋਰ ਮੁਖਤਲਿਫ ਕਿਸਮ ਦੇ ਪ੍ਰੋਗਰਾਮ ਵੀ ਲੈ ਕੇ ਆਏਦੇ ਨੇ। ਤੇ ਸ਼ਾਹ ਸਾਹਿਬ ਨੂੰ ਇਨਸ਼ਾਅੱਲਾ ਤਾਲਾ ਜ਼ਿੰਦਗੀ ਲਈ ਫਿਰ ਵੀ ਅਸੀਂ ਮੌਕਾ ਦੇਵਾਂਗੇ ਕਿ ਉਹ ਸਾਡੇ ਚੈਨਲ ਤੇ ਆਉਣ, ਹਸਤਾ ਵਸਤਾ ਪੰਜਾਬ ਇੰਟਰਨੈਸ਼ਨਲ ਤੇ ਆਪਣੀ ਰਾਏ ਦਾ ਇਜ਼ਹਾਰ ਕਰਨ। ਸ਼ੁਕਰੀਆ ਸ਼ਾਹ ਸਾਹਿਬ, ਬਹੁਤ ਸ਼ੁਕਰੀਆ, ਜਜ਼ਾਕੱਲਾ। अस्सलाम वालेकुम वरहमतुल्लाहि वबरकातुहू।